ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਣ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਦਾਸਣ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰਨ ਅੰਗਦ ਦੁਖ ਨਿਕੰਦਨ, ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਗੁਰ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਉਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੋਂ ਤਾਰਾ ਪਾਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਤਰੋਂ ਤਾਰਾ ਪਾਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ सोए
ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਸਿੱਖ ਹੋਤੇ ਦੋਏ ਫਿਰਿਆ ਕਟਾਰਾ, ਸੇਵਤ ਰਹੇ ਬਹੁਤ ਗੁਰਦੁਆਰਾ। ਇੱਕ ਦਿਨ ਤਿਨ ਕੋ ਦੇਖ ਗੁਸਾਈ, ਭਏ ਪ੍ਰਸੰਨ ਬਖਸ਼ਵੇ ਤਾਈ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਅਗਲੇਰੀ ਕਥਾ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ, ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਹੋਤੇ ਦੋਇ ਫਿਰਿਆ ਕਟਾਰਾ, ਸੇਵਤ ਰਹੇ ਬਹੁਤ ਗੁਰਦੁਆਰਾ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਵੇਂ ਕੱਲ੍ਹ ਸਾਖੀ ਆਪ ਜੀ ਨੇ ਸਰਵਣ ਕੀਤੀ ਸੀ, ਪੰਡਤ ਬੇਣੀ ਹੈ ਕਿ ਵਿੱਦਿਆ ਪੜ੍ਹ ਕੇ ਜਿਹੜਾ ਬਹੁਤ ਜ਼ਿਆਦਾ ਹੰਕਾਰੀ ਹੋਇਆ ਸੀ, ਗੁਰੂ ਸਾਹਿਬ ਜੀ ਨੇ ਵਿੱਦਿਆ ਪੜ੍ਹਨ ਦਾ ਭਾਵ ਅਰਥ ਵੀ ਸਮਝਾਇਆ ਔਰ ਉਸ ਬੇਣੀ ਪੰਡਤ ਦੇ ਅੰਦਰ ਦੇ ਹੰਕਾਰ ਨੂੰ ਵੀ ਦੂਰ ਕੀਤਾ। ਸਤਿਗੁਰੂ ਜੀ ਦੇ ਬਚਨ ਸੁਣ ਕੇ ਬੇਣੀ ਪੰਡਤ ਨੇ ਆਪਣੀਆਂ ਕਿਤਾਬਾਂ ਜਿਹੜੀਆਂ ਨੇ ਉਹ ਦਰਿਆ ਦੇ ਵਿੱਚ ਸੁੱਟ ਦਿੱਤੀਆਂ। ਪਰ ਫਿਰ ਬੇਨਤੀ ਕਰਦੇ ਹਾਂ, ਗੁਰਮਤ ਇਹ ਨਹੀਂ ਕਹਿੰਦੀ ਕਿ ਤੁਸੀਂ ਪੜ੍ਹਨਾ ਨਹੀਂ, ਪਰ ਬਾਬਾ ਕਬੀਰ ਜੀ ਇਹ ਜ਼ਰੂਰ ਸਮਝਾਉਂਦੇ ਨੇ ਕਿ ਜੇ ਪੜ੍ਹ ਕੇ ਵਿਚਾਰ ਕੇ ਉਸ ਮੁਤਾਬਕ ਜੀਵਨ ਬਣਾਇਆ ਨਹੀਂ ਤੇ ਫਿਰ ਉਵੇਂ ਦੀ ਪੜ੍ਹਾਈ ਦਾ ਕੋਈ ਫਾਇਦਾ ਨਹੀਂ। ਉਸ ਪੜ੍ਹਾਈ ਨੂੰ ਬਾਬਾ ਕਬੀਰ ਜੀ ਕਹਿੰਦੇ ਨੇ, ਕਿਆ ਪੜ੍ਹੀ ਹੈ ਕਿਆ ਗੁਣੀ ਹੈ, ਕਿਆ ਵੇਦ ਪੁਰਾਨਾ ਸੁਣੀ ਹੈ। ਇਹੋ ਜਿਹੀ ਪੜ੍ਹਾਈ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਿ ਪੜ੍ਹਿਆ ਮੂਰਖ ਆਖੀਐ, ਜਿਸ ਲੱਭ ਲੋਭ ਹੰਕਾਰ। ਔਰ ਗੁਰੂ ਸਾਹਿਬ ਨੇ ਇਹ ਸਮਝਾਇਆ ਵੀ ਪੜ੍ਹਨਾ ਚਾਹੀਦਾ, ਪੜ੍ਹਨਾ ਚੰਗੀ ਗੱਲ ਹੈ, ਪਰ ਪੜ੍ਹਾਈ ਕਰਕੇ ਗਿਆਨ ਲੈ ਕੇ ਉਸ ਮੁਤਾਬਕ ਜੀਵਨ ਨੂੰ ਬਣਾਉਣਾ ਹੈ। ਇਸ ਪੰਡਤ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਨਮਸਕਾਰ ਕੀਤੀ, ਸਿੱਖੀ ਦੀ ਦਾਤ ਲਈ ਔਰ ਕਈ ਦਿਨ ਰਹਿ ਕੇ ਇਹ ਵਾਪਸ ਚਲਾ ਗਿਆ। ਕਵੀ ਸੰਤੋਖ ਸਿੰਘ ਜੀ ਹੁਣ ਅਗਲੀ ਸਾਖੀ ਸ਼ੁਰੂ ਕਰਦੇ ਨੇ ਕਿ ਸਿੱਖ ਹੁਤੇ ਦੋਇ ਫਿਰਿਆ ਕਟਾਰਾ, ਸੇਵਤ ਰਹੇ ਬਹੁਤ ਗੁਰਦੁਆਰਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਦੋ ਬੜੇ ਪਿਆਰੇ ਸਿੱਖ ਨੇ, ਭਾਈ ਫਿਰਿਆ ਜੀ ਅਤੇ ਭਾਈ ਕਟਾਰਾ ਜੀ। ਇਹ ਲਗਾਤਾਰ ਕਈ ਮਹੀਨਿਆਂ ਤੋਂ ਗੁਰੂ ਘਰ ਦੇ ਵਿੱਚ ਰਹਿ ਕੇ ਸੇਵਾ ਕਰ ਰਹੇ ਸਨ। ਇੱਕ ਦਿਨ ਤਿਨ ਕੋ ਦੇਖ ਗੁਸਾਈ, ਭਏ ਪ੍ਰਸੰਨ ਬਖਸ਼ਵੇ ਤਾਈ। ਔਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕ ਦਿਨ ਦੇਖਿਆ ਇਹਨਾਂ ਦੀ ਸੇਵਾ ਤੋਂ ਪ੍ਰਸੰਨ ਹੋਏ ਅਤੇ ਸਤਿਗੁਰੂ ਜੀ ਪ੍ਰਸੰਨ ਹੋ ਕੇ ਇਹਨਾਂ 'ਤੇ ਹੁਣ ਬਖਸ਼ਿਸ਼ ਕਰਨਾ ਚਾਹੁੰਦੇ ਨੇ, ਬਖਸ਼ਿਸ਼ਾਂ ਦੇਣਾ ਚਾਹੁੰਦੇ ਨੇ। ਔਰ ਸੇਵਾ ਕੇਵਲ ਉਦੋਂ ਹੀ ਨਹੀਂ, ਗੁਰੂ ਸਾਹਿਬ ਜੀ ਅੱਜ ਵੀ ਕਹਿੰਦੇ ਨੇ, ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਭਾਈ ਫਿਰਿਆ ਤੇ ਕਟਾਰਾ ਨੇ ਸੇਵਾ ਹੀ ਚਿਤ ਲਾ ਕੇ ਕੀਤੀ ਕਿ ਧੰਨ ਗੁਰੂ ਅਮਰਦਾਸ ਜੀ ਇੰਨੇ ਪ੍ਰਸੰਨ ਹੋ ਗਏ ਕਿ ਅੱਜ ਇਹਨਾਂ ਨੂੰ ਬਖਸ਼ਿਸ਼ਾਂ ਦੇਣੀਆਂ ਨੇ, ਵੱਡੀਆਂ ਵੱਡੀਆਂ ਬਖਸ਼ਿਸ਼ਾਂ ਦੇਣੀਆਂ ਨੇ।
निकट बुलाए पूजन ठाने, जहाँ तुम्हारे रहन ठिकाने। सतगुरु जी ने सिख नूं भेजिया है कि भाई फिरिया ते भाई कटारा जी सेवा करते होणगे, उन्होंने बुला के लियाओ। और गुरु साहब का हुक्म सुनिया, उस वेले एक भांडे मांज रहा सी, एक जिहड़ा कोई लकड़ां जी पाड़ रहा सी कुहाड़े लैके, भज्जे आए उस तरह। एक दे हत्थ सुआह दे नाल लिबड़े ने ते दूजे दे कुछ कपड़े लकड़ां दे नाल खूंगियां लग लग के पाटे हुए ने। पर हुक्म सुनिया उस वेले आए। जदों आके नमस्कार कीते, धन गुरु अमरदास जी कहते ने भाई फिरिया कटारा जी जाओ, चले जाओ इत्थों। हुण गुरु घर दे विचों किसी नूं इह कहा जा के चले जाओ, एक वारी तो लगता कि गुरु साहब जी कढ़दे क्यों ने कि सतगुरु जी साडे तो कोई अवग्या होगी, कोई भुल होगी। सतगुरु फिर कहते हैं जहाँ तुम्हारे रहन ठिकाने, भाई तुहानूं क्या है ना, जिथे तुहाडा रहन का ठिकाना है अपने ठिकाने ते जाओ। कहो हो देश ते कहे उपदेश, हित परलोक के कृत क्या हैश। क्योंकि सतगुरु जी हुण जिवें दी सेवा को कर सकदा उवें दी सेवा लैनी है ना। जदों हथ जोड़ के कहते साडे तो अवग्या हुई, तो गुरु साहब जी कहते भाई हुक्म मनो, अवग्या नहीं हुई। जिहड़ा तुहाडा पिंड है, देश है, इलाका है, उत्थे जाके गुरमत का उपदेश तुसीं देना है। हित परलोक के कृत क्या है सो, ये दसो कि परलोक वास्ते उस इलाके के लोग किवें दी किरत करते हैं, किवें दे कर्मकांडां च फसे हुए ने। जो होवै सो जाए हटावो, सतनाम सिक्खी प्रगटावो। और फिर गुरु साहब जी आप भी कहते हैं चलो भाई जो भी होवे तो करते तो कर्मकांडी ने लोग, क्योंकि उन्होंने कर्मकांडां दे विचों तुसीं निकल के आए जे, इत्थे आके गुरमत का उपदेश लिया है। वो जो भी लोग उत्थों दे परलोक दे सुख वास्ते अगे वास्ते कर्मकांड करते हैं धर्म के नाँ ते, सतगुरु कहते जाके सारे नूं हटा दिओ। तो किवें हटाउणा, करना की है जी? कहते सतनाम सिक्खी प्रगटावो, उत्थे जाके सतनाम वाहिगुरू तुसीं जपना है, तुसीं बोलना है, पिछे होर भी लोग बोलणगे। आप जपो अवरा नाम जपाओ दा उपदेश गुरु साहब जी सब नूं दिंदे ने। भाई जे किणका मात्र किते तेरे कोल दात है ते अगे जाके होरां नूं भी जपा। बोले दोनों दुआ कर जोर, श्री गुरु जी हम मह क्या जोर। हुण एकदम जेड़े केवल सेवा इन्नी को जानते हो कि भांडे मांजने ने, लंगर बनाउणा है, लंगर वास्ते लकड़ां वड्ढणीआं ने, एकदम हाथ जोड़ के बोले कि सतगुरु जी साडे च ऐसा किहड़ा जोर है, साडे च इन्ना किहड़ा गुण कि असीं जाके उपदेश किसी नूं दे सकीए। साडे कोल इन्नी समझ इन्ना ज्ञान कित्थे है। जोगे कन पट उपदेशे, जंत्र मंत्र जन शगत विशेषे। क्योंकि साडे देश विच पिंड इलाके दे विच कन पाटे लोकी जिहड़े ने जोगी ने, वो लोकां नूं उपदेश दिंदे ने, वो जंत्र मंत्र बड़े जानते हैं, उन्हां कोल शक्तियां बड़ियां और शक्तियां दे नाल डरा डरा के लोगों को अपने नाल लाउंदे ने कि जे कोई नहीं लगता जादू मंत्र करके शक्तियां विखा के डरा दिंदे ने, और लोग उन्हां तो डरदे ने, उन्हां तो बाहर जांदे कोई नहीं। गोरख गोरख जाप जपे हैं, पूजत नित जोगी ना सबे है। सतगुरु जी उत्थे गुरु गुरु कोई नहीं जे जपदा, उत्थे सारे गोरख गोरख का जाप जपदे ने। उत्थे गुरु नूं कोई नहीं जे मनदा, वो सारे उन्हां कनपट जोगियां नूं पूजदे ने। देवी देव देहरा थान, नह माने कह नर अज्ञान। सतगुरु जी उन्हां दे टिकाणे ते देवियां दी मूर्तियां ने, देवतियां दी मूर्तियां ने, कन पाटियां दी मूर्तियां ने, उत्थे देहरे बने हुए ने। उन्हां विचों कोई भी परमेश्वर नूं रब नूं मनण वाला है ही नहीं, वो तो बस करामातां नूं मनण वाले ने। तप जप तीरथ कोई ना जानै,
ਕਿਹੂੰ ਪਰਮੇਸ਼ਰ ਨਹਿ ਮਾਨੇ। ਸਤਿਗੁਰੂ ਜੀ ਨਾ ਤਪ ਤੇ ਜਾਪੋ ਕਿਸੇ ਤੀਰਥ ਨੂੰ ਨਹੀਂ ਮੰਨਦੇ। ਬਸ ਜੋਗੀਆਂ ਨੇ ਕਿਹਾ ਕਿ ਜੋ ਕੁਛ ਹੈ ਅਸੀਂ ਹਾਂ। ਉਹ ਸਿਰਫ ਜੋਗੀ ਤੇ ਦੇਵੀ ਦੇਵਤਿਆਂ ਨੂੰ ਮੰਨਦੇ ਨੇ, ਪਰਮੇਸ਼ਰ ਨੂੰ ਤੇ ਮੰਨਦੇ ਹੀ ਨਹੀਂ, ਜਾਣਦੇ ਨਹੀਂ ਕਿ ਰੱਬ ਵੀ ਹੁੰਦਾ ਹੈ। ਭਾਵ ਭਗਤ ਕੋ ਨਾਮ ਨ ਲੈ, ਅਰਥੇ ਮੂੜ ਨਹੀਂ ਸਮਝੇ। ਸਤਿਗੁਰੂ ਜੀ ਪ੍ਰੇਮਾ ਭਗਤੀ ਦਾ ਤੇ ਉਹ ਨਾਂ ਹੀ ਨਹੀਂ ਲੈਂਦੇ। ਮਾਇਆ ਦੇ ਵਿੱਚ ਇੰਨੇ ਮਸਤ ਨੇ, ਸਵਾਰਥੀ ਨੇ ਲੋਕ, ਕਿ ਮੂਰਖ ਕਿਸੇ ਨੂੰ ਕੋਈ ਸਮਝਾਉਣ ਵੀ ਲੱਗੇ, ਮੂਰਖ ਗੱਲ ਸਮਝਦੀ ਨਹੀਂ। ਗੁਰੂ ਕਿਰਪਾ ਬਿਨ ਸੁਧਰੈ ਨਾਹੀ, ਫਸੇ ਸੋ ਜੰਤਰ ਮੰਤਰ ਕੇ ਮਾਹੀ। ਹੁਣ ਭਾਈ ਫਿਰਿਆ ਜੀ ਤੇ ਭਾਈ ਕਟਾਰੂ ਜੀ ਹੱਥ ਜੋੜ ਕੇ ਕਹਿੰਦੇ ਨੇ, ਸਤਿਗੁਰੂ ਜੀ ਤੁਹਾਡੇ ਤੋਂ ਬਗੈਰ ਨਹੀਂ ਉਹਨਾਂ ਸਮਝਣਾ, ਤੁਹਾਡੀ ਕਿਰਪਾ ਤੋਂ ਬਿਨਾਂ ਉਹਨਾਂ ਮੂਰਖਾਂ ਨੇ ਸਿੱਧੇ ਰਸਤੇ ਨਹੀਂ ਪੈਣਾ, ਉਹ ਤੇ ਜੰਤਰਾਂ ਮੰਤਰਾਂ ਵਿੱਚ ਫਸੇ ਹੀ ਇੰਨੇ ਹੋਏ ਨੇ। ਇਹ ਕਹਿ ਲਈ ਕਿ ਉਹਨਾਂ ਨੂੰ ਫਸਾਏ ਇਹਨਾਂ ਲੋਕ, ਡਰੇ ਹੀ ਇੰਨੇ ਹੋਏ ਨੇ, ਵਹਿਮਾਂ ਭਰਮਾਂ 'ਚ ਫਸੇ ਨੇ। ਸੁਣ ਸਿਰੇ ਸਤਿਗੁਰ ਦਈ ਨਿਦੇਸ਼, ਤੁਮ ਗਮਨੋ ਅਬ ਤਿਸਹਿ ਦੇਸ। ਸਤਿਗੁਰੂ ਜੀ ਨੇ ਫਿਰ ਆਗਿਆ ਦਿੱਤੀ, ਕਹਿੰਦੇ ਭਾਈ ਫਿਰਿਆ ਕਟਾਰਾ ਜੀ ਤੁਹਾਨੂੰ ਕਿਹਾ ਚਲੇ ਜਾਓ, ਉਸੇ ਦੇਸ਼ ਜਾਓ, ਆਪਣੇ ਇਲਾਕੇ ਦੇ ਵਿੱਚ ਜਾਓ। ਸਤਿਗੁਰੂ ਜੀ ਕਹਿੰਦੇ ਨੇ ਬਚਨ ਮੰਨੋ, ਤੁਸੀਂ ਚਲੇ ਜਾਓ। ਸਤਨਾਮ ਕੋ ਦੇਹੁ ਉਪਦੇਸ਼, ਗੁਰਮੁਖ ਪੰਥ ਦ੍ਰਿੜਾਵੋ ਵਿਸ਼ੇਸ਼। ਸਤਿਗੁਰੂ ਜੀ ਕਹਿੰਦੇ ਨੇ ਇਹ ਜਿਹੜਾ ਗੁਰਮੁਖ ਪੰਥ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਜਲਾਇਆ। ਸਤਿਗੁਰੂ ਜੀ ਇੱਥੇ ਗੁਰਮੁਖ ਪੰਥ ਦਾ, ਨਿਰਮਲ ਪੰਥ ਦਾ ਜਾ ਕੇ ਤੁਸੀਂ ਪ੍ਰਚਾਰ ਕਰਨਾ ਹੈ, ਉੱਥੇ ਇਸ ਪੰਥ ਦਾ ਪ੍ਰਸਾਰ ਕਰਨਾ ਹੈ। ਉੱਥੇ ਤੁਸੀਂ ਜਪੋ, ਤੁਹਾਡੇ ਪਿੱਛੇ ਲੋਕ ਜਪਣਗੇ, ਤੁਸੀਂ ਉੱਥੇ ਜਾ ਕੇ ਬੋਲੋ ਤਾਂ ਸਹੀ। ਸਤਿਗੁਰੂ ਜੀ ਬੋਲੀਏ ਕੀ, ਕਹੀਏ ਕਿ ਸਾਡੇ ਕੋਲ ਸਮਝ ਨਹੀਂ। ਔਰ ਗੁਰੂ ਸਾਹਿਬ ਜੀ ਕਹਿੰਦੇ ਇਹ ਤਾਂ ਕਹਿ ਸਕਦੇ ਹੋ ਨਾ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਗੁਰੂ ਜੀ ਕਹਿੰਦੇ ਨੇ ਭਾਈ ਉਪਦੇਸ਼ ਸਤਿਨਾਮ ਦਾ ਦਿਓ, ਪੂਰੇ ਸੱਚ ਹੈ। ਆਪ ਬਜ਼ੁਰਗ ਜਾਣਦੇ ਹੋ ਕਿ ਘਰਾਂ ਦੇ ਵਿੱਚ ਪਿੰਡਾਂ ਥਾਵਾਂ 'ਤੇ ਆਮ ਤੌਰ 'ਤੇ, ਭਾਵੇਂ ਹੁਣ ਘਟ ਗਿਆ ਪਰ ਕਿਤੇ ਕਿਤੇ ਅੱਜ ਵੀ ਗੁਰਮੁਖ ਪਰਿਵਾਰ ਮਿਲਦੇ ਨੇ। ਰਾਤ ਨੂੰ ਲੰਗਰ ਪਾਣੀ ਛਕ ਕੇ ਪ੍ਰਸ਼ਾਦਾ ਛਕਣ ਤੋਂ ਬਾਅਦ ਜਦੋਂ ਸੌਣਾ ਹੈ, ਮੰਜਿਆਂ 'ਤੇ ਪੈਣਾ ਹੈ, ਔਰ ਬੀਬੀਆਂ ਫਿਰ ਇਸੇ ਤਰ੍ਹਾਂ ਬੋਲਦੀਆਂ ਹੁੰਦੀਆਂ ਸਨ। ਗੁਰਬਾਣੀ ਨਹੀਂ, ਸੋਹਲਾ ਸਾਹਿਬ ਦਾ ਪਾਠ ਯਾਦ ਨਹੀਂ, ਤਾਂ ਉਹਨਾਂ ਸਤਿਨਾਮ ਹੀ ਜਪਣਾ ਤੇ ਆਪਣੇ ਪੋਤੇ ਪੋਤੀਆਂ ਨੂੰ, ਬੱਚਿਆਂ ਨੂੰ, ਸਾਰਿਆਂ ਨੂੰ ਕਹਿਣਾ ਵੀ 10 ਮਿੰਟ 5 ਮਿੰਟ 2 ਮਿੰਟ ਸੌਣ ਤੋਂ ਪਹਿਲਾਂ ਗੁਰੂ ਗੁਰੂ ਜਪ ਲਓ। ਸਤਿਗੁਰੂ ਜੀ ਕਹਿੰਦੇ ਨੇ ਗੁਰੂ ਗੁਰੂ ਜਪਣਾ, ਤੁਹਾਡੇ ਪਿੱਛੇ ਲੋਕ ਜਪਣਗੇ। ਫਿਰਿਆ ਕਟਾਰਾ ਬਾਕ ਉਚਾਰਾ, ਮੰਤਰ ਜੰਤਰ ਕੋ ਬਲ ਤਿਨ ਧਾਰਾ। ਪਰ ਭਾਈ ਫਿਰਿਆ ਜੀ ਕਟਾਰਾ ਜੀ ਆਪਣੀ ਥਾਂ 'ਤੇ ਸੱਚੇ ਸਨ ਕਿ ਸਤਿਗੁਰੂ ਜੀ ਤੁਸੀਂ ਹੁਕਮ ਕਰਦੇ ਹੋ, ਚੱਲੇ ਤੇ ਜਾਂਦੇ ਹਾਂ। ਪਰ ਉਹ ਜਿਹੜੇ ਕੰਨ ਪਾਟੇ ਨੇ, ਉਹਨਾਂ ਨੇ ਜੰਤਰਾਂ ਮੰਤਰਾਂ ਦੇ ਨਾਲ ਬੁਰਾ ਹਾਲ ਲੋਕਾਂ ਦਾ ਕੀਤਾ ਹੈ। ਉਹ ਜੰਤਰ ਮੰਤਰ ਸਾਡੇ 'ਤੇ ਵੀ ਕਰਨਗੇ, ਸਾਨੂੰ ਟਿਕਣ ਦੇਣਗੇ। ਬਦੈ ਨ ਕਾਹੂੰ ਦੇਖ ਦੇਰ, ਮਾਰ ਦੇਤ ਬੈਰੀ ਬਿਨ ਦੇਰ। ਉਹ ਤੇ ਇੰਨੇ ਜਿਹੜੇ ਨੇ ਅੱਗੋਂ ਆਕੜਦੇ ਨੇ ਕਿ ਉਹਨਾਂ ਦੇ ਸਾਹਮਣੇ ਜੇ ਕੋਈ ਖਲੋ ਵੀ ਜਾਵੇ, ਕੋਈ ਬੋਲ ਵੀ ਦੇ, ਉਸੇ ਵੇਲੇ ਆਪਣੇ ਤੋਂ ਦੂਰ ਕਰ ਦਿੰਦੇ ਨੇ। ਇੱਥੋਂ ਤੱਕ ਜੇ ਉਹਨਾਂ ਦਾ ਚਾਰਾ ਲੱਗੇ, ਜਹਾਨੂੰ ਵੀ ਦੂਰ ਕਰ ਦਿੰਦੇ ਨੇ। ਉਹ ਵੈਰੀ ਸਮਝ ਕੇ ਮਾਰ ਹੀ ਮਕਾਉਂਦੇ ਨੇ ਕਿ ਜੇ ਕਿਸੇ ਹੋਰ ਦੀ ਗੱਲ ਕਰ ਦਿੱਤੀ, ਹੋਰ ਦਾ ਉਪਦੇਸ਼ ਤੇ ਦੇਣਾ ਦੂਰ ਦੀ ਗੱਲ। ਉਹ ਰੱਬ ਪਰਮੇਸ਼ਰ ਦੇ ਕਿਸੇ ਹੋਰ ਦੀ ਗੱਲ ਵੀ ਨਹੀਂ ਕਰਨ ਦਿੰਦੇ। ਬਿਨਾ ਸ਼ਕਤ ਕਿਮ ਤਹਾਂ ਸਿਧਾਵੈ, ਸਤਨਾਮ ਕਿਨ ਤੈਨੂੰ ਜਪਾਵੈ। ਤੇ ਸਤਿਗੁਰੂ ਜੀ ਬਿਨਾਂ ਕਿਸੇ ਤਾਕਤ ਤੋਂ, ਬਿਨਾਂ ਕਿਸੇ ਸ਼ਕਤੀ ਤੋਂ, ਰਿੱਧੀ ਸਿੱਧੀ ਤੋਂ ਕਿਵੇਂ ਜਾ ਕੇ ਕਿਸੇ ਨੂੰ ਸਤਨਾਮ ਜਪਾ ਦਈਏ, ਕਿਵੇਂ ਜਪੀਏ ਤੇ ਕਿਵੇਂ ਜਾ ਕੇ ਲੋਕਾਂ ਨੂੰ ਕਹੀਏ ਜਪੋ। ਹੈ ਪ੍ਰਸੰਨ ਤਿਨ ਸੰਗ ਉਚਾਰਾ,
ਅਬ ਤੇ ਫੁਰੇ ਸੁਭਾਗ ਤੁਮਾਰਾ। ਸਤਿਗੁਰੂ ਜੀ ਪ੍ਰਸੰਨ ਹੋ ਕੇ ਕਹਿੰਦੇ ਨੇ ਭਾਈ ਫਿਰਿਆ ਕਟਾਰਾ ਜੀ, ਜਾਓ ਅੱਜ ਤੋਂ ਤੁਸੀਂ ਜੋ ਵੀ ਮੁਖ ਤੋਂ ਬੋਲੋਗੇ ਤੁਹਾਡਾ ਕਹਿਆ ਹੋਇਆ ਉਸੇ ਵੇਲੇ ਤਤਕਾਲ ਸੱਚ ਹੋਏਗਾ। ਸ਼ਕਤ ਵਿਸਾਲ ਤੋਹੇ ਤੁਮ ਮਾਹੀ, ਤੁਮ ਟਿਕ ਮੰਤਰ ਜੰਤਰ ਫੁਰ ਨਾਹੀ। ਸਤਿਗੁਰੂ ਜੀ ਕਹਿੰਦੇ ਨੇ ਤੁਹਾਡੇ ਕੋਲ ਗੁਰੂ ਦੀ ਸ਼ਕਤੀ ਹੋਵੇਗੀ, ਤੁਹਾਡੇ ਕੋਲ ਨਾਮ ਦੀ ਤਾਕਤ ਹੋਵੇਗੀ, ਬਸ ਤੁਹਾਡੇ ਸਾਹਮਣੇ ਜੰਤਰ ਮੰਤਰ ਉਹ ਜਿੰਨੇ ਮਰਜ਼ੀ ਜਾਣਦੇ ਹੁਣ ਕੋਈ ਜੰਤਰ ਮੰਤਰ ਤੁਹਾਡੇ ਸਾਹਮਣੇ ਚੱਲਣਾ ਹੀ ਨਹੀਂ। ਜਹ ਕਹਿ ਮੱਠ ਜੋਗੇ ਕੇ ਹੋਏ, ਦੇਹੋ ਨਿਕਾਸ ਪੁਨ ਭਗਨੋ ਸੋਏ। ਸਤਿਗੁਰੂ ਜੀ ਕਹਿੰਦੇ ਜਾਓ ਜਿੱਥੇ ਜਿੱਥੇ ਜੋਗੀਆਂ ਨੇ ਮੱਠ ਬਣਾਏ ਨੇ ਉਹਨਾਂ ਦੇ ਮੱਠਾਂ ਦੇ ਵਿੱਚ ਜਾਓ, ਜੋਗੀਆਂ ਨੂੰ ਫੜ ਫੜ ਕੇ ਉੱਥੋਂ ਬਾਹਰ ਕੱਢੋ, ਉਹਨਾਂ ਨੂੰ ਉਹਨਾਂ ਦੇ ਘਰਾਂ ਨੂੰ ਉਹਨਾਂ ਦੇ ਮੱਠਾਂ ਨੂੰ ਢਾਹ ਦਿਓ, ਕੱਢ ਦਿਓ ਬਾਹਰ, ਜਿਨ੍ਹਾਂ ਨੇ ਇਹਨਾਂ ਲੋਕਾਂ ਨੂੰ ਡਰਾ ਕੇ ਰੱਖਿਆ ਹੈ। ਡਰਾ ਕੇ ਕਹਿੰਦੇ ਨੇ ਕਿ ਜੋਗੀ ਜੋਗੀ ਤੁਸੀਂ ਜਪੋ। ਜੋਗੇ ਤੁਮਕੋ ਦੇਖ ਨਾ ਸਕੈ, ਪਰਮ ਚਿਤ ਹੋਏ ਬਾਗ ਪੋ ਤੱਕੈ। ਸਤਿਗੁਰੂ ਕਹਿੰਦੇ ਨੇ ਜਾਓ ਜੋਗੀ ਤੁਹਾਡੇ ਵੱਲ ਵੇਖ ਵੀ ਨਹੀਂ ਸਕਣਗੇ, ਤੇ ਚਿੱਤ ਵਿੱਚ ਭਰਮ ਤੁਸੀਂ ਨਹੀਂ ਕਰਨਾ। ਹੁਣ ਭਰਮ ਕਰਨ ਦੀ ਵਾਰੀ ਜੋਗੀਆਂ ਦੀ ਹੈ, ਭਰਮ ਵਿੱਚ ਉਹ ਬਹਿਣਗੇ। ਧਰਮਸਾਲ ਸਭ ਗ੍ਰਾਮ ਕਰਾਵੋ, ਭਜਨ ਕੀਰਤਨ ਕਰ ਸੁਖ ਪਾਵੋ। ਆਪਣੇ ਪਿੰਡ ਵਿੱਚ ਜਾਓ, ਧਰਮਸ਼ਾਲਾ ਬਣਾਓ, ਧਰਮਸ਼ਾਲਾ ਬਣਾ ਕੇ ਉਹਦੇ ਵਿੱਚ ਕੀਰਤਨ ਕਰੋ, ਗੁਰੂ ਦੇ ਸ਼ਬਦਾਂ ਨੂੰ ਗਾਇਨ ਕਰੋ, ਉਹਨਾਂ ਦੇ ਵਿਚਾਰ ਕਰੋ। ਸਤਨਾਮ ਪਹਿਲੋਂ ਜਪਾਓ, ਸ਼ਬਦ ਪੜ੍ਹੋ, ਫਿਰ ਵਿਚਾਰ ਕਰੋ। ਨਾਮ ਦਾਨ ਇਸ਼ਨਾਨ ਦ੍ਰਿੜਾਏ, ਪਾਵਨ ਦੇਸ਼ ਕਰੋ ਸਭ ਜਾਏ। ਸਤਿਗੁਰੂ ਜੀ ਕਹਿੰਦੇ ਨੇ ਤੁਸੀਂ ਨਾਮ ਦਾਨ ਤੇ ਇਸ਼ਨਾਨ ਜਾ ਕੇ ਸਾਰਿਆਂ ਨੂੰ ਦ੍ਰਿੜ ਕਰਵਾਓ, ਦੇਸ਼ ਨੂੰ ਪਵਿੱਤਰ ਕਰੋ। ਜਦੋਂ ਸਾਰਿਆਂ ਦੇ ਕੋਲ ਨਾਮ ਦਾਨ ਆ ਗਿਆ, ਇਸ਼ਨਾਨ ਆ ਗਿਆ, ਜੋਗੀਆਂ ਨੇ ਆਪੇ ਆਪਣੇ ਘਰ ਆਪਣੇ ਮੱਠ ਛੱਡ ਕੇ ਭੱਜ ਜਾਣਾ ਹੈ। ਆਨ ਮਿਲਹਿ ਨਾਰ ਗਣ ਤੁਮ ਜੋਏ, ਪੂਜੇ ਚਰਨ ਬਿਨਾ ਕਹਿ ਸੋਏ। ਸਤਿਗੁਰੂ ਕਹਿੰਦੇ ਨੇ ਅੱਜ ਜਿਹੜੇ ਉਹਨਾਂ ਜੋਗੀਆਂ ਨੂੰ ਪੂਜਦੇ ਨੇ ਨਾ, ਜਿਹੜੇ ਜੰਤਰਾਂ ਮੰਤਰਾਂ ਤੋਂ ਡਰੇ ਫਿਰਦੇ ਨੇ, ਡਰਾਏ ਹੋਏ ਲੋਕ ਨੇ, ਉਹ ਅੱਜ ਤੋਂ ਤੁਹਾਡੇ ਕੋਲ ਆਉਣਗੇ, ਤੁਹਾਡੇ ਚਰਨਾਂ 'ਚ ਨਮਸਕਾਰ ਕਰਨਗੇ, ਤੁਹਾਨੂੰ ਪੂਜਣਗੇ, ਤੁਹਾਡੇ ਅੱਗੇ ਅਰਦਾਸਾਂ ਕਰਨਗੇ। ਏਮ ਕਹਿ ਨਿਧ ਸਿੱਧ ਗੁਰ ਦੇਨਸ, ਦੇ ਵਰਦਾਨ ਵਿਦਾ ਜੁਗ ਕੀਨਸ। ਇਸ ਤਰ੍ਹਾਂ ਕਹਿ ਕੇ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਫਿਰਿਆ ਤੇ ਕਟਾਰਾ ਜੀ ਨੂੰ ਇਹ ਬਖਸ਼ਿਸ਼ਾਂ ਦਿੱਤੀਆਂ, ਸਾਰੀਆਂ ਰਿੱਧੀਆਂ ਸਿੱਧੀਆਂ ਦੇ ਦਿੱਤੀਆਂ। ਔਰ ਦੇਖੋ ਜਦੋਂ ਗੁਰੂ ਕਿਸੇ ਨੂੰ ਦੇਣ 'ਤੇ ਆਵੇ ਨਾ, ਫਿਰ ਕੋਈ ਤਾਕਤ ਰੋਕ ਨਹੀਂ ਸਕਦੀ। ਆਮ ਕਹਾਵਤ ਕਹੀ ਜਾਂਦੀ ਨਾ, ਰੱਬ ਜਦੋਂ ਦਿੰਦਾ ਛੱਪਰ ਫਾੜ ਕੇ ਦਿੰਦਾ ਹੈ, ਤੇ ਗੁਰੂ ਜਦੋਂ ਦਿੰਦਾ ਫਿਰ ਇਸੇ ਤਰ੍ਹਾਂ ਪ੍ਰਸੰਨ ਹੋ ਕੇ ਦਿੰਦਾ ਹੈ। ਔਰ ਗੁਰੂ ਤੋਂ, ਰੱਬ ਤੋਂ, ਪਰਮੇਸ਼ਰ ਤੋਂ ਮੰਗਣ ਵਾਸਤੇ ਕਈ ਵਾਰ ਫਿਰ ਅਸੀਂ ਸਿਫਾਰਿਸ਼ਾਂ ਵੀ ਲਾਉਂਦੇ ਬਾਬਿਆਂ ਦੀਆਂ, ਔਰ ਖਿਮਾ ਕਰਨਾ ਫਿਰ ਸਿਫਾਰਿਸ਼ਾਂ ਉੱਥੇ ਚੱਲਦੀਆਂ ਨਹੀਂ, ਕਿਉਂਕਿ ਜੇ ਸਾਨੂੰ ਪੁੱਛ ਕੇ ਦੇਣਾ ਹੋਵੇ ਨਾ, ਅਸੀਂ ਤਾਂ ਕਿਸੇ ਨੂੰ ਦੇਣੀ ਨਾ ਦਈਏ। ਵੀ ਜਿਹੜਾ ਵੱਡੇ 'ਚ ਗੱਡੀ ਦੇ ਜੇ ਬਾਬਾ ਜੀ ਨੂੰ, ਬਾਬਾ ਜੀ ਫਿਰ ਉਹਦੀ ਸਿਫਾਰਿਸ਼ ਕਰਨਗੇ। ਉਰੇ ਭਾਈ ਫਿਰਿਆ ਤੇ ਕਟਾਰਾ ਜਿਹੜੇ ਅੰਦਰੋਂ ਵੀ ਸਿੱਧੇ, ਬਾਹਰੋਂ ਵੀ ਸਿੱਧੇ, ਬਿਲਕੁਲ ਅੰਦਰ ਸਾਫ਼ ਕਰ ਲਿਆ ਸੇਵਾ ਕਰਕੇ, ਔਰ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਕਿ ਨਾ ਰੁਪਈਏ ਪੈਸੇ ਦੀ ਕਮੀ, ਨਾ ਪਦਾਰਥਾਂ ਦੀ ਕਮੀ, ਨਾ ਲੋਕ ਦੇ ਸੁੱਖ ਦੀ ਕਮੀ, ਨਾ ਪਰਲੋਕ ਦੇ ਸੁੱਖ ਦੀ ਕਮੀ। ਰਿੱਧੀਆਂ ਸਿੱਧੀਆਂ ਸਾਰੀਆਂ ਬਖਸ਼ ਦਿੱਤੀਆਂ। ਨਮਸਕਾਰ ਘਰ ਤਰਪਕ ਧਿਆਨਾ, ਪ੍ਰਭੂ ਆਗਿਆ ਤੇ ਕੀਨਸ ਪਿਆਨਾ। ਹੁਣ ਜਦੋਂ ਗੁਰੂ ਸਾਹਿਬ ਨੇ ਤੀਸਰੀ ਵਾਰੀ ਬਚਨ ਕੀਤੇ, ਤੁਹਾਡੇ ਕੋਲ ਸਾਰੀਆਂ ਤਾਕਤਾਂ ਨੇ, ਤੁਸੀਂ ਗੁਰੂ ਗੁਰੂ ਜਪਿਓ, ਤੁਹਾਡੇ ਵੱਲ ਵੇਖ ਵੀ ਨਹੀਂ ਸਕਣਗੇ। ਭਾਈ ਫਿਰਿਆ ਤੇ ਕਟਾਰਾ ਜੀ ਨੇ ਸਤਿਗੁਰੂ ਦੇ ਚਰਨਾਂ ਵਿੱਚ ਨਮਸਕਾਰ ਕੀਤੀ, ਗੁਰੂ ਸਾਹਿਬ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕੀਤਾ, ਆਗਿਆ ਲਈ, ਆਪਣੇ ਪਿੰਡ ਆਪਣੇ ਟਿਕਾਣੇ 'ਤੇ ਚਲੇ ਗਏ। ਬੜ ਜੋਗੇ ਕੇ ਮਠ ਤਹ ਗਏ, ਤਰਾਸ ਦੇਣ ਤਿਸ ਦਾਰਨ ਭਏ। ਕਹਿੰਦੇ ਭਾਈ ਫਿਰਿਆ ਤੇ ਕਟਾਰਾ ਨੇ ਉਸੇ ਤਰ੍ਹਾਂ ਕੀਤਾ, ਪਿੰਡ ਗਏ, ਘਰ ਨਹੀਂ ਗਏ। ਜਿੱਥੇ ਜੋਗੀਆਂ ਦਾ ਸਭ ਤੋਂ ਵੱਡਾ ਮੱਠ ਸੀ, ਜੋਗੀਆਂ ਦਾ ਸਭ ਤੋਂ ਵੱਡਾ ਮੁਖੀ ਰਹਿੰਦਾ ਸੀ, ਕਹਿੰਦੇ ਪਹਿਲਾਂ ਉੱਥੇ ਮੱਠ 'ਤੇ ਗਏ। ਜਾ ਕੇ ਜੋਗੀਆਂ ਨੂੰ ਸਿੱਖਾਂ ਨੇ ਸਿੱਧੇ ਡਰਾਵੇ ਮਾਰੇ ਜੀ, ਨਿਕਲ ਜੋ ਛੱਡ ਕੇ।
तप तिन मंत्र जंतर बल लावा, उल्ट परो जोगी दुख पावा। ਹੁਣ ਜਦੋਂ ਸਿੱਖਾਂ ਨੇ ਜਾ ਕੇ ਉਹਨਾਂ ਨੂੰ ਕਿਹਾ ਕਿ ਨਿਕਲ ਜਾਓ, ਛੱਡ ਕੇ ਛੱਡੋ ਪਖੰਡ, ਹੁਣ ਤੁਹਾਡੇ ਪਖੰਡ ਚੱਲਣੇ ਨਹੀਂ। ਔਰ ਜੋਗੀ ਵੇਖਣੇ ਫਿਰਿਆ ਤੇ ਗਟਾਰਾ ਉਹ ਹੀ ਨੇ ਨਾ ਕਿ ਜਿਹੜੇ ਕੁਛ ਮਹੀਨੇ ਪਹਿਲਾਂ ਇੱਥੋਂ ਆ ਕੇ ਸਾਡੇ ਕੋਲੇ ਹੱਥ ਜੋੜ ਕੇ ਬੜਾ ਕੁਝ ਮੰਗਦੇ ਹੁੰਦੇ ਸਨ। ਅੱਜ ਇਹਨਾਂ ਨੂੰ ਡਰ ਨਹੀਂ ਲੱਗਿਆ ਸਾਡਾ। ਉਹਨਾਂ ਜਿਉਂ ਮੰਤਰ ਪੜ੍ਹਨੇ ਸ਼ੁਰੂ ਕੀਤੇ, ਜਿੰਨੇ ਜੰਤਰ ਸਨ, ਜਿੰਨੇ ਵੀਰ ਸਨ, ਸਾਰੇ ਛੱਡ ਕੇ ਵੇਖ ਲਏ। ਪਰ ਭਾਈ ਫਿਰਿਆ ਤੇ ਕਟਾਰਾ ਤੇ ਕਿੱਥੇ ਸ਼ੁਰੂ ਹੋਈ ਜੀ। ਸਗੋਂ ਉਹ ਜੰਤਰ ਮੰਤਰ ਉਲਟੇ ਉਹਨਾਂ ਜੋਗੀਆਂ ਨੂੰ ਦੁਖੀ ਕੀਤਾ। ਅਗਣ ਲੱਗੇ ਤਨ ਮਨੋ ਵਿਸਾਲਾ, ਨਿਜ ਤੇ ਬੜੋ ਜਾਣ ਤਿਸ ਕਾਲਾ। ਜਦੋਂ ਭਾਈ ਫਿਰਿਆ ਕਟਾਰਾ ਤੇ ਕੋਈ ਅਸਰ ਨਹੀਂ ਹੋਇਆ ਤੇ ਜੋਗੀਆਂ ਦੇ ਜਿਵੇਂ ਸਰੀਰ ਨੂੰ ਵੀ, ਤਨ ਨੂੰ ਤੇ ਮਨ ਨੂੰ ਅੱਗ ਹੀ ਲੱਗ ਗਈ। ਪੂਰੇ ਰਖਾਲੂ ਬੰਦੇ ਅੰਦਰ ਅੱਗ ਦੇ ਪੰਬੜ ਬਲਦੇ ਰਹਿੰਦੇ ਨੇ। ਉਸ ਸਮੇਂ ਉਹਨਾਂ ਨੇ ਜਾਣਿਆ ਕਿ ਸਾਡੇ ਤੋਂ ਵੀ ਕੋਈ ਵੱਡਾ ਆ ਗਿਆ ਹੈ, ਕਿ ਜਿਹੜੇ ਸਾਡੇ ਜੰਤਰ ਮੰਤਰ ਇਹਨਾਂ ਦੇ ਉੱਤੇ ਚੱਲਦੇ ਨੇ ਸਾਡੇ ਤੋਂ ਵੱਡੇ ਨੇ ਕੋਈ। ਭਇਓ ਮਹੰਤ ਭਲਾਵਣ ਤਬੈ, ਜੋਗੀ ਅਪਰਨਾ ਠਹਿਰੇ ਸਭੈ। ਜਿਹੜਾ ਉਹਨਾਂ ਦਾ ਵੱਡਾ ਮਹੰਤ ਸੀ, ਬਸ ਕਹਿੰਦੇ ਉਹ ਤਾਂ ਉੱਥੇ ਵੇਲੇ ਪਲਾਇਨ ਕਰ ਗਿਆ, ਭੱਜ ਨਿਕਲਿਆ ਉੱਥੋਂ, ਤੇ ਦੂਸਰੇ ਜੋਗੀਆਂ ਨੇ ਠਹਿਰਨਾ ਕਿੱਥੋਂ ਸੀ। ਜਿਹੜਾ ਵੱਡਾ ਮਹੰਤ ਉਹ ਅੱਗੇ ਅੱਗੇ, ਬਾਕੀ ਜੋਗੀ ਪਿੱਛੇ ਪਿੱਛੇ, ਕਿ ਹੁਣ ਇਸ ਪਿੰਡ ਦੇ ਵਿੱਚ ਸਾਡੀ ਦਾਲ ਨਹੀਂ ਗਲਣੀ। ਦੇਖ ਬਾਜ ਕੋ ਖਗ ਜਿਮ ਭਾਜ, ਜਨ ਮ੍ਰਿਗ ਚਲੇ ਕਿਹਰੇ ਗਾਜ। ਹੁਣ ਕਹਿੰਦੇ ਇਹ ਜੋਗੀ ਐਵੇਂ ਭੱਜੇ ਨੇ ਜਿਵੇਂ ਬਾਜ ਨੂੰ ਵੇਖ ਕੇ ਪੰਛੀ ਭੱਜ ਜਾਂਦੇ ਨੇ। ਇਹ ਜੋਗੀ ਐਵੇਂ ਭੱਜੇ ਨੇ ਜਿਵੇਂ ਜਨ ਮ੍ਰਿਗ ਚਲੇ ਕਿਹਰੀ ਗਾਜ, ਜਿਵੇਂ ਕਿਹਰੀ ਸ਼ੇਰ ਨੂੰ ਵੇਖ ਕੇ ਹਿਰਨਾਂ ਦੀਆਂ ਡਾਰਾਂ ਭੱਜ ਉੱਠਦੀਆਂ ਨੇ। ਤਿਸ ਮਠ ਕੋ ਕਰ ਭਗਨ ਗਿਰਾਵਾ, ਪਿਖ ਲੋਕਣ ਕੋ ਗਨ ਤਬੇ ਆਵਾ। ਵੈਸੇ ਗੁਰਮਤ ਦੇ ਵਿੱਚ ਕਿਸੇ ਵੀ ਘਰ ਨੂੰ, ਧਾਰਮਿਕ ਸਥਾਨ ਨੂੰ ਢਾਉਣ ਦੀ ਇਜਾਜ਼ਤ ਨਹੀਂ, ਪਰ ਇਹ ਮੱਠ ਗੁਰੂ ਕੇ ਹੁਕਮ ਕਰਕੇ ਗੁਰੂ ਕੇ ਸਿੱਖਾਂ ਨੇ ਢਾਏ। ਤੇ ਇਹ ਲੋਕਾਂ ਨੂੰ ਸਮਝਾਉਣ ਦਾ ਜਿਹੜਾ ਸੌਖਾ ਤਰੀਕਾ ਸੀ। ਇਹਨਾਂ ਕਰਮਕਾਂਡਾਂ ਦੇ ਵਿੱਚ ਫਸੇ ਹੋਏ ਸਨ ਵੀ ਆਹ ਦੇਖ ਲਓ, ਜਿਹੜੇ ਮੱਠ ਨੂੰ ਤੁਸੀਂ ਪੂਜਦੇ, ਮੱਠ ਕੀ ਕਰਦੇ ਨੇ, ਸਾਡਾ ਕੀ ਵਿਗਾੜਦੇ ਹੈ, ਤੁਹਾਡਾ ਕੀ ਸੌਰ ਦੇਣਾ, ਇਹਨਾਂ ਸਵਾਰਨਾ ਹੈ। ਬਸ ਇਸੇ ਕਰਕੇ ਕਹਿੰਦੇ ਉਹਨਾਂ ਨੇ ਸਭ ਤੋਂ ਪਹਿਲਾਂ ਉਹ ਮੱਠ ਢਾਏ, ਜਿਹੜੇ ਲੋਕ ਨੇ ਵੇਖ ਵੇਖ ਕੇ ਹੈਰਾਨ ਹੋਣ। ਕਰ ਵਿਚਾਰ ਨਰ ਕਰਤ ਉਚਾਰੇ, ਜੋਗੇ ਪੇਰ ਹਮਾਰੋ ਭਾਰੇ। ਲੋਕ ਇਕੱਠੇ ਹੋ ਗਏ ਆਪਸ ਵਿਚਾਰਾ ਕਰਕੇ। ਭਾਈ ਫਿਰਿਆ ਤੇ ਭਾਈ ਕਟਾਰਾ ਨੂੰ ਕਹਿੰਦੇ ਨੇ ਇਹ ਤਾਂ ਸਾਡੇ ਜੋਗੀ ਸਨ, ਇਹ ਜੋਗੇ ਸਾਡੇ ਵੱਡੇ ਪੀਰ ਸਨ। ਇਨ ਕੋ ਦੇਖ ਸੋ ਗਇਓ ਪਲਾਏ, ਮਹਾਬਲੀ ਇਹ ਪਰੇ ਲਖਾਈ। ਪਰ ਕਹਿੰਦੇ ਅਸੀਂ ਉਹਨੂੰ ਵੱਡੇ ਪੀਰ ਮੰਨਦੇ ਸਾਂ, ਉਹ ਜੋਗੀ ਇਹਨਾਂ ਨੂੰ ਵੇਖ ਕੇ ਭੱਜ ਉੱਠੇ ਨੇ। ਇਹਦਾ ਮਤਲਬ ਇਹ ਉਹਦੇ ਤੋਂ ਵੀ ਵੱਡੇ ਪੀਰ ਨੇ, ਕਿਉਂਕਿ ਇਹਦੇ ਫਸੇ ਫਕੀਰਾਂ ਦੇ ਵਿੱਚ ਸਨ ਕਿ ਜੇ ਵੀਰਵਾਰ ਦਾ ਦੀਵਾ ਲਾਉਣਾ ਹੈ, 2-4 ਦਿਨ ਨਹੀਂ ਲਾਇਆ, ਵਿੱਚੋਂ ਛੱਡ ਦਿੱਤਾ, ਬੜੇ ਤੰਗ ਕਰਨਗੇ। ਬੜੇ ਵਹਿਮ ਭਰਮ ਪਾਲੇ ਸਨ ਲੋਕਾਂ ਨੇ ਕਿ ਜੇ ਉਹ ਭੱਜ ਗਏ ਨੇ ਛੱਡ ਕੇ, ਇਹਦਾ ਮਤਲਬ ਉਹਨਾਂ ਤੋਂ ਮਹਾਬਲੀ ਕੋਈ ਪੀਰ ਆ ਗਏ ਨੇ। ਨਿਕਟ ਚਲੋ ਬੂਝੇ ਆ ਬਿਨੈ, ਐ ਕੌਣ ਪਠਾਏ ਕਿਨੈ। ਲੋਕ ਕਹਿੰਦੇ ਨੇ ਚਲੋ ਭਾਈ ਇਹਨਾਂ ਦੇ ਕੋਲ ਤੇ ਚਲੀਏ, ਜਾ ਕੇ ਇਹਨੂੰ ਪੁੱਛਿਆ ਤੇ ਸਹੀ ਵੀ ਕੌਣ ਹੋ, ਤੁਹਾਨੂੰ ਭੇਜਿਆ ਕਿੰਨੇ ਹੈ, ਤੁਹਾਡੇ ਕੋਲ ਤਾਕਤਾਂ ਇੰਨੀਆਂ ਕਿੱਥੋਂ ਆਈਆਂ। ਗੁਰ ਗੋਰਖ ਕੋ ਮਠ ਜਨ ਗੇਰਾ, ਡਰੇ ਨਹੀਂ ਤਪ ਤੇਜ ਵਡੇਰਾ। ਜਿਨ੍ਹਾਂ ਨੇ ਗੋਰਖ ਦੇ ਸਭ ਤੋਂ ਵੱਡੇ ਜੋਗੀ ਦੇ ਮੱਠ ਨੂੰ ਆ ਕੇ ਢਾਹ ਦਿੱਤਾ ਹੈ, ਸੁੱਟ ਦਿੱਤਾ ਹੈ। ਜਿਹੜੇ ਜੋਗੀਆਂ ਤੋਂ ਏਡੇ ਏਡੇ ਵੱਡੇ ਜੋਗੀਆਂ ਤੋਂ ਨਹੀਂ ਡਰੇ, ਇਹਨਾਂ ਦਾ ਤਪ ਤੇ ਇਹਨਾਂ ਦਾ ਤੇਜ ਕਿੱਡਾ ਕੁ ਵੱਡਾ, ਜਾ ਕੇ ਵੇਖੀਏ ਤਾਂ ਸਹੀ। ਜਬ ਨਰ ਮਿਲ ਆਏ ਸਮੁਦਾਏ, ਇਨ ਦੋਨੋਂ ਗੁਰ ਸ਼ਬਦ ਸੋ ਗਾਏ। ਹੁਣ ਜਦੋਂ ਲੋਕ ਇਕੱਠੇ ਹੋ ਕੇ ਆਉਂਦੇ ਨੇ, ਜਿੱਥੇ ਵੱਡਾ ਮੱਠ ਸੀ, ਭਾਈ ਫਿਰਿਆ ਤੇ ਕਟਾਰਾ ਉੱਥੇ ਚੌਂਕੜਾ ਮਾਰ ਕੇ ਬੈਠ ਗਏ। ਲੋਕ ਇਕੱਠੇ ਹੋ ਕੇ ਆਉਂਦੇ ਨੇ, ਭਾਈ ਫਿਰਿਆ ਤੇ ਕਟਾਰਾ ਗੁਰੂ ਦੇ ਸ਼ਬਦ ਨੂੰ ਗਾਉਣ ਲੱਗੇ ਨੇ, ਔਰ ਧੰਨ ਗੁਰੂ ਅਮਰਦਾਸ ਜੀ ਦੇ ਬਚਨਾਂ ਨੂੰ ਗਾਉਂਦੇ ਨੇ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ।
ਕਿ ਜਿਵੇਂ ਇਹਨਾਂ ਨੂੰ ਆਵਾਜ਼ ਮਾਰ ਕੇ ਕਹਿੰਦੇ ਨੇ ਭਾਈ ਆਓ ਤੁਸੀਂ ਵੀ ਸਾਡੇ ਨਾਲ ਗਾਓ, ਸੱਚੀ ਬਾਣੀ ਨੂੰ ਗਾਓ, ਇਹਨਾਂ ਝੂਠਿਆਂ ਨੂੰ ਕਰਮਕਾਂਡਾਂ ਨੂੰ ਛੱਡੋ। ਭਜਨ ਕੀਰਤਨ ਸੁਣ ਕਰ ਸਾਰੇ, ਭਏ ਨੰਬਰ ਮੁਖ ਨਮੋ ਉਚਾਰੇ। ਔਰ ਸਤਿਗੁਰੂ ਦੇ ਬਾਣੀ ਦੇ ਵਿੱਚ ਅੰਮ੍ਰਿਤ ਰਸ ਹੀ ਇੰਨਾ ਹੈ ਕਿ ਜਿਨ੍ਹਾਂ ਨੇ ਸੁਣਿਆ ਕੀਰਤਨ, ਜਿਨ੍ਹਾਂ ਨੇ ਸ਼ਬਦ ਸੁਣਿਆ, ਸਾਰੇ ਅੰਦਰੋਂ ਸਨਿਮਰ ਹੋ ਗਏ, ਸਾਰਿਆਂ ਨੇ ਹੱਥ ਜੋੜ ਕੇ ਨਮਸਕਾਰ ਕੀਤੀ। ਪ੍ਰੇਮ ਬਦਿਓ ਸਭ ਭਾਉ ਕਰਨ ਤੇ, ਨਿਕਟ ਹੋਏ ਇੱਕ ਮਣੇ ਸੁਣਨ ਤੇ। ਕਿ ਸ਼ਬਦ ਦੇ ਵਿੱਚ ਰਸ ਇੰਨਾ ਸੀ। ਔਰ ਦੇਖੋ ਕਈ ਵਾਰੀ ਬੇਨਤੀ ਕੀਤੀ ਕਿ ਬੋਲਣ ਵਾਲਾ ਅਸਲ ਵਿੱਚ ਉਹ ਪੂਰਾ ਹੋਵੇ ਨਾ, ਭਾਵੇਂ ਫਿਰ ਸੁਰ ਤਾਲ ਨਾ ਵੀ ਹੋਵੇ, ਫਿਰ ਆਵਾਜ਼ ਭਾਵੇਂ ਉਹ ਬਹੁਤੀ ਸੁਰੀਲੀ ਨਾ ਵੀ ਹੋਵੇ, ਸੁਣਨ ਵਾਲੇ ਨੂੰ ਰਸ ਫਿਰ ਉਹਦੇ ਵਿੱਚੋਂ ਆ ਹੀ ਜਾਂਦਾ ਹੈ। ਕਿ ਇੰਨੇ ਪ੍ਰੇਮ ਦੇ ਨਾਲ ਜਿਹੜੇ ਗਾਉਣ ਵਾਲੇ ਨੇ ਨੇੜੇ ਹੋ ਕੇ ਹੱਥ ਜੋੜ ਕੇ ਪੁੱਛਦੇ ਨੇ, ਇੱਕ ਮਨ ਹੋ ਕੇ। ਪਹਿਲਾਂ ਤਾਂ ਉਹਨਾਂ ਨੇ ਸੁਣਿਆ ਕਿ ਇਹ ਗਾ ਕੀ ਰਹੇ ਨੇ, ਇਹ ਬੋਲ ਕੀ ਰਹੇ ਨੇ। ਸਤਿਗੁਰ ਵਰਤੇ ਭੈ ਸਿਖਿਆਏ, ਸਤਨਾਮ ਇਨ ਮੰਤਰ ਦ੍ਰਿੜਾਏ। ਜਦੋਂ ਬਹੁਤ ਸਾਰੇ ਲੋਕ ਆ ਕੇ ਜੁੜ ਕੇ ਬੈਠ ਗਏ, ਫਿਰ ਗੁਰੂ ਸਾਹਿਬ ਦਾ ਜਿਹੜਾ ਉਪਦੇਸ਼ ਜੀ ਭਈ ਸਤਨਾਮ ਜਪਣਾ ਹੈ, ਸਤਨਾਮ ਜਪਾਉਣਾ ਹੈ, ਇਹ ਅੱਗੇ ਅੱਗੇ ਬੋਲਦੇ ਨੇ। ਜਿੰਨੇ ਲੋਕ ਆਏ ਸਾਰੇ ਪਿੱਛੇ ਪਿੱਛੇ ਉਸੇ ਤਰ੍ਹਾਂ ਹੀ ਬੋਲਦੇ ਨੇ, ਸਤਨਾਮ ਵਾਹਿਗੁਰੂ ਜਪਾਇਆ। ਇਹਨਾਂ ਸਾਰਿਆਂ ਨੇ ਗੁਰੂ ਦੀ ਸਿੱਖੀ ਨੂੰ ਧਾਰਨ ਕੀਤਾ ਕਿ ਜਿਨ੍ਹਾਂ ਦੇ ਸਿੱਖਾਂ ਦੇ ਵਿੱਚ ਇੰਨੀ ਬਖਸ਼ਿਸ਼ ਹੈ, ਇੰਨੀਆਂ ਤਾਕਤਾਂ ਨੇ, ਐਡੇ ਐਡੇ ਵੱਡੇ ਯੋਗੀਆਂ ਨੂੰ ਭਜਾ ਦਿੱਤਾ, ਤੇ ਉਹ ਗੁਰੂ ਕਿੱਡਾ ਕੁ ਸਮਰੱਥ ਹੋਏਗਾ। ਭਈ ਉਸ ਗੁਰੂ ਦੀ ਸਾਨੂੰ ਵੀ ਦਾਤ ਦਿਓ, ਸਿੱਖੀ ਦੀ ਸਾਨੂੰ ਵੀ, ਸਾਡਾ ਵੀ ਕਿਰਪਾ ਕਰੋ, ਉਹਨਾਂ ਨਾਲ ਮੇਲ ਕਰਾਓ। ਗੁਰਮੁਖ ਭਏ ਭਗਤ ਕੋ ਲਾਗੇ, ਦੀਰਘ ਭਾਗ ਭਾਲ ਜਨ ਜਾਗੇ। ਕਹਿੰਦੇ ਸਾਰੇ ਗੁਰਮੁਖ ਹੋ ਗਏ, ਪ੍ਰੇਮਾ ਭਗਤੀ ਵਿੱਚ ਲੱਗ ਗਏ। ਅਸਲ ਵਿੱਚ ਇਹਨਾਂ ਦੇ ਮਸਤਕ ਦੇ ਭਾਗ ਤੇ ਵੱਡੇ ਸਨ, ਪਰ ਉਹਨਾਂ ਜੰਤਰਾ ਮੰਤਰਾ ਕਰਕੇ ਸੁੱਤੇ ਪਏ ਸਨ ਜਾਂ ਸਵਾਏ ਗਏ ਸਨ। ਅੱਜ ਉਹ ਭਾਗ ਜਾਗ ਪਏ। ਮਨ ਬਾਂਛਤ ਕੋ ਜਾਤਤ ਜਪੈ, ਇਨ ਵਰਤੇ ਪ੍ਰਾਪਤ ਹੋਏ ਤਬੈ। ਔਰ ਹੌਲੀ ਹੌਲੀ ਜਿਵੇਂ ਸਿੱਖ ਆਉਂਦੇ ਨੇ, ਭਾਈ ਫਿਰਿਆ ਤੇ ਕਟਾਰਾਂ ਨੂੰ ਕਹਿੰਦੇ ਨੇ ਕਿ ਇਹ ਕੁਝ ਸਾਡੇ ਘਰ ਵਿੱਚ ਨਹੀਂ, ਇਹ ਕੁਝ ਮਿਲ ਜੇ। ਔਰ ਆਮ ਪਹਿਲੋਂ ਹੁੰਦਾ ਕਿ ਸੰਸਾਰਿਕ ਮੰਗੇ ਸਾਹਮਣੇ ਰੱਖਦੇ ਨੇ, ਧਨ ਮਿਲ ਜੇ, ਦੁੱਧ ਮਿਲ ਜੇ, ਜ਼ਮੀਨ ਦੇ ਵਿੱਚ ਸਾਡੇ ਕਾਰੋਬਾਰ ਦੇ ਵਿੱਚ ਵਾਧਾ ਹੋ ਜੇ। ਔਰ ਜੋ ਕੁਛ ਆ ਕੇ ਮੰਗਦੇ ਨੇ ਉਹੀ ਕੁਛ ਉਹਨਾਂ ਨੂੰ ਮਿਲਦਾ ਹੈ। ਧਰਮਸਾਲ ਸੁੰਦਰ ਬਣਵਾਈ, ਸਤ ਸੰਗਤ ਨਿਤ ਹੈ ਸਮੁਦਾਈ। ਜਿੱਥੇ ਵੱਡਾ ਮੱਠ ਹੁੰਦਾ ਸੀ, ਕਹਿੰਦੇ ਸਾਰੇ ਪਿੰਡ ਵਾਲਿਆਂ ਨੇ ਮਿਲ ਕੇ ਉੱਥੇ ਸੋਹਣੀ ਧਰਮਸ਼ਾਲਾ ਬਣਵਾਈ। ਸਵੇਰੇ ਤੇ ਸ਼ਾਮੀ ਸੰਗਤਾਂ ਦਾ ਉੱਥੇ ਇਕੱਠ ਹੁੰਦਾ ਹੈ। ਉੱਥੇ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਜਿਹੜੀ ਮਰਿਆਦਾ ਬਣੀ ਸੀ ਕਿ ਸੋਦਰ ਆਰਤੀ ਗਾਵੀਐ, ਅੰਮ੍ਰਿਤ ਵੇਲੇ ਜਾਪ ਜਪੰਦੇ, ਇਹ ਨਿਤਨੇਮ ਤੇ ਹੁੰਦਾ ਹੀ ਸੀ। ਬਾਅਦ ਵਿੱਚ ਸ਼ਬਦ ਦੇ ਵਿਚਾਰ, ਸ਼ਬਦ ਦਾ ਗਾਇਨ, ਸਤਨਾਮ ਵਾਹਿਗੁਰੂ, ਗੁਰਮੰਤਰ ਜਪਿਆ ਜਪਾਇਆ ਜਾਂਦਾ ਸੀ। ਅਪਰ ਉਤੇ ਮੱਠ ਜਿਸ ਜਿਸ ਥਾਨ, ਕਰ ਕਰ ਭਗਣ ਦੇ ਬਚਮਾਨ। ਗੁਰੂ ਸਾਹਿਬ ਦੇ ਬਚਨ ਸਨ ਤੇ ਭਾਈ ਫਿਰਿਆ ਕਟਾਰਾ ਨੇ ਬਚਨ ਮੰਨੇ। ਹੋਰ ਵੀ ਜਿੱਥੇ ਜਿੱਥੇ ਛੋਟੇ ਮੋਟੇ ਮੱਠ ਸਨ ਉਹ ਸਾਰੇ ਉੱਥੋਂ ਢਾਹ ਦਿੱਤੇ। ਤਹਾਂ ਧਰਮਸ਼ਾਲਾ ਬਣਵਾਏ, ਨਾਮਦਾਨ ਇਸ਼ਨਾਨ ਦ੍ਰਿੜਾਏ। ਨੇੜੇ ਨੇੜੇ ਪਿੰਡਾਂ ਵਿੱਚ ਵੀ ਮੱਠ ਬਣੇ ਹੋਏ ਸਨ, ਇੱਕ ਇੱਕ ਪਿੰਡ ਵਿੱਚ ਕਈ ਕਈ ਬਣੇ ਸਨ। ਕਹਿੰਦੇ ਉੱਥੇ ਉੱਥੇ ਜਾ ਕੇ ਵੀ ਮੱਠ ਤੋੜੇ, ਉੱਥੇ ਧਰਮਸ਼ਾਲਾ ਬਣਵਾਈਆਂ। ਸਤਨਾਮ, ਨਾਮਦਾਨ, ਇਸ਼ਨਾਨ ਦ੍ਰਿੜਾਏ। ਔਰ ਇਹ ਤਿੰਨੇ ਚੀਜ਼ਾਂ ਸਾਰੇ ਲੋਕਾਂ ਦੇ ਵਿੱਚ ਦ੍ਰਿੜ ਕਰਵਾਈਆਂ, ਉਹਨਾਂ ਨੂੰ ਸਿੱਖੀ ਦੀ ਦਾਤ ਦਿੱਤੀ। ਜੰਤਰ ਮੰਤਰ ਤਹਿ ਤੇ ਕਰ ਦੂਰ, ਦੇਸ਼ ਬਿਦਤ ਸਿੱਖੇ ਸੁਖਪੂਰ। ਭਾਈ ਫਿਰਿਆ ਤੇ ਕਟਾਰਾ ਨੇ ਗੁਰੂ ਦੀ ਕਿਰਪਾ ਨਾਲ ਉਹ ਜੰਤਰਾਂ ਮੰਤਰਾਂ ਦਾ ਡਰ ਜਿਹੜਾ ਸੀ ਉਹ ਸਾਰਿਆਂ ਦੇ ਅੰਦਰੋਂ ਦੂਰ ਕੀਤਾ ਤੇ ਸਾਰਿਆਂ ਨੂੰ ਗੁਰਸਿੱਖੀ ਬਖਸ਼ੀ, ਸਾਰਿਆਂ ਨੂੰ ਗੁਰਸਿੱਖੀ ਵਾਲੇ ਪਾਸੇ ਪ੍ਰੇਰਿਆ। ਦੁਰਮਤ ਸਭ ਕੀਕਨ ਬੇਨਾਸ, ਪੂਰਤ ਭਏ ਸਭਨ ਕੀ ਆਸ। ਦਿਨ ਪ੍ਰਤੀ ਦਿਨ ਗੁਰੂ ਕੇ ਸਿੱਖ ਪ੍ਰਚਾਰ ਕਰਦੇ ਨੇ। ਔਰ ਜਿਹਨੂੰ ਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆਪ ਬਖਸ਼ਿਸ਼ ਦੇ ਕੇ ਤੋਰਦੇ ਨੇ
कि भेजाओ प्रचार करो, गुरमत का प्रचार ते प्रसार करो। ये उन्होंने 22 मंजियां दे विचों एक मंजी सी जिहड़ी पाई फिरिया ते कटारा दोवां नूं मिली। और मंजे का अर्थ है कि प्रचारक बनाया, और मंजे का अर्थ है कि असीं अपनी थां ते तुहानूं भेज रहे हैं। तो किड्डी को वड्डी बख्शिश होएगी जिन्हों गुरु साहब जी आप थाप के भेजते हैं। कहते इन्होंने दुरमत का नाम नाश किया, उत्थे सिक्खी का प्रकाश किया। हौली हौली सिख आते हैं, सारे उनके जो इच्छावां पूरियां होंदियां ने वो आगे सिक्खी धारण करते हैं। अजमत अपने दे दिखराए, परे चरण मानव समुदाय। असल में ये अजमत जिहड़ी पाई फिरिया ते कटारा दी नहीं सी, ये अजमत गुरु साहब के बचनों की सी। भाई जिहड़ा एक बार तुहाडे कोल आ जाएगा वो सिक्खे नूं धारण करेगा, तुसीं जाके जपो तो सही, जिहड़ा आएगा वो जपना शुरू करेगा। परे चरण मानव समुदाय। ते इवें सुन सुन के बहुत हुंदे ने कि जिहड़े आके पाई फिरिया ते कटारा दे चरणों में नमस्कार करते हैं। भात अनेकण अरब उपायन, सतसंगत दे भोजन आयन। अनेका तरह के नजराने भेटा आना शुरू हो गई। हुण जिहड़ी चढ़त हुंदी है भेटा हुंदी है, पाई फिरिया ते कतारा सतसंगत जिते करते हैं उत्थे लंगर भी शुरू किया। सगरो देश निहाल विसाले, गुरसिੱਖੀ कै मार्ग चाले। पाई फिरिया ते कटारा दा सारा वो नगर, नेड़े नेड़े ते होर पिंड, कहते सारे बड़े निहाल हुए। सारे ने गुरसिੱਖੀ कै मार्ग चाले, गुरु दे इस सिੱਖੀ के मार्ग के निर्मल मार्ग ते निर्मल पंथ के पंथी बने। फिरे कटारे इस बिद देश, सतनाम दीनस उपदेश। कहते भाई फिरिया ते कटारा ने इस तरह अपने नगर देश विच पिंड विच रह के तो उपदेश दिता ही। वो फिर प्रचार करने वास्ते नाल दे पिंडां च भी जाते हैं, नेड़े दूर दूर तक भी जाते हैं कि देश विच हर थां ते जाके उन्होंने सतनाम वाहिगुरू का उपदेश दिता। कब कब दर्शन गुर को आवे, पूजन कर पुण तहां सिधावें। फिर कदे साल छमाई वो धन गुरु अमरदास के दर्शनों वास्ते आते सन, जिन्हों ने सिक्खी धारण की। बहुत वड्डे वड्डे जथे लैके उन्होंने नाल लैके धन गुरु अमरदास के दर्शन करवाउण आते सन। और विसाखी वाला दिन तो पक्का ही सी कि विसाखी ते गुरु साहब के हुक्मनामा भी पहुँचते सन, भाई आओ। तो विचों 6 महीने बाद पाई फिरिया ते कटारा विच विचाले जाके भी गुरु साहब के दर्शन कर लेते। इत्थे कवि संतोख सिंह जी ने यह अध्याय खत्म किया है। अगला अध्याय नंबर 63 शुरू करते लिखते हैं। दोहरा सतगुरु दीना नाथ जे, दया सिंध सिर मोर। अधिक प्रकाशत जग भय, समनह को किते और। कवि संतोख सिंह जी लिखते हैं धन गुरु अमरदास जी दीना दे नाथ ने, सतगुरु वो दया के वड्डे सागर ने। जिवें पानी के हद कितों तक होंगे जी, कई बार कहते ना हड़ आ गए, बड़े बड़े होंगे ने, पर पानी का हड़ हो जाए या नदी हो जाए उनकी हद कितों तक है, वध तो वध सागर तक। पानी की हद सिर्फ सागर तक है। और जे दया की हद देखनी होवे तो कहते वो हद मेरे धन गुरु अमरदास जी ने। दया के सागर ने, दया की हद है। अधिक प्रकाशित जग भय, समनह को किते और। ते संसार दे विच बड़े प्रकाशमन होए, बड़ी महिमा वधी, ते उन्हां वर्गा उन्हां दे बराबर दुनिया दे विच की तिन्हां लोकां दे विच उन्हां दे बराबर उन्हां वर्गा कोई नहीं। इत्थे कवि संतोख सिंह ने अगला अध्याय जिहड़ा शुरू किया है, ये प्रसंग आपां कल तो शुरू करांगे। सतगुरु जी कृपा करन, इतनी बेनतियां प्रवान करनियां, होईयां भुल्लां दी खिमा। आओ 1-2 मिनट होर रसना दे नाल हाजरी लवाइए, फिर समाप्ति है जी। वाहिगुरू